ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਈਏ ਸਰਵਣ ਕਰੀਏ ਕਥਾ ਵਿਚਾਰ ਗਿਆਨੀ ਜਸਵਿੰਦਰ ਸਿੰਘ ਜੀ ਪੌਟਾ ਸਾਹਿਬ ਵਾਲਿਆਂ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕ ਬਾਹਰ ਬਾਹਰ ਅਵਤਾਰ ਆਵੋ ਸਿੱਧ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਤੇਰੇ ਬਾਣੀਆਂ ਸਿਰਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਜੀ ਆਪ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰ ਦਰਬਾਰ ਦੀਆਂ ਹਾਜ਼ਰੀਆਂ ਕਰਕੇ ਆਪਣਾ ਕੀਮਤੀ ਮਨੁੱਖਾ ਜਨਮ ਹੈ ਜੋ ਇਸ ਨੂੰ ਸਫਲ ਕਰ ਰਹੇ ਹਨ। ਸਭ ਤੋਂ ਪਹਿਲਾਂ ਆਪ ਜੀ ਨੇ 50 ਬਾਣੀਆਂ ਦਾ ਨਿਤਨੇਮ ਸੁਖਮਨੀ ਸਾਹਿਬ ਦੇ ਜਾਪ ਆਸਾ ਦੀ ਦੀਵਾਰ ਆਸਾ ਪੂਰਨ ਕਰਨ ਵਾਲੀ ਆਪ ਜੀ ਨੇ ਸ਼ਰਨ ਕੀਤੀ ਹੈ। ਗਾਉ ਕੇ ਰਸ ਦੇ ਨਾਮ ਭਾਈ ਸਾਹਿਬ ਦੀ ਕੀਰਤਨ ਕਰਦੇ ਹਨ। ਬਹੁਤ ਰਸ ਹੈ। ਅੱਜ ਦਾ ਜੋ ਮੁੱਖ ਵਾਕ ਹੈ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਨੂੰ ਬਹੁਤ ਹੀ ਜ਼ਿਆਦਾ ਸੁਚੇਤ ਕਰ ਰਹੇ ਨੇ। ਸੰਸਾਰ ਤੇ ਵਿਚਰਦਿਆਂ ਹੋਇਆਂ ਬੰਦਾ ਕਹਿੰਦਾ ਹੈ ਕਿ ਮੈਨੂੰ ਸਭ ਕੁਝ ਨਜ਼ਰ ਆ ਰਿਹਾ ਹੈ, ਮੈਂ ਸਭ ਕੁਝ ਦੇਖ ਸਕਦਾ ਹਾਂ। ਸੰਸਾਰ ਅਕਾਲ ਤੇ ਇਹ ਜੋ ਪ੍ਰਾਣੀ ਹੈ ਇਹ ਸਿਰਾਕਾ ਹੈ। ਸਤਿਗੁਰੂ ਨੇ ਪਰਮਾਰਥ ਕਾਲ ਤੇ ਅਸੀਂ ਅਜੇ ਸਾਰੇ ਹੀ ਅੰਨੇ ਹਾਂ। ਇਹ ਨਹੀਂ ਕਿ ਸਾਨੂੰ ਅੱਖਾਂ ਲੱਗੀਆਂ ਹੋਈਆਂ ਨੇ ਤੇ ਸਾਨੂੰ ਸਭ ਕੁਝ ਨਜ਼ਰ ਆ ਰਿਹਾ ਹੈ ਕਿ ਅਸੀਂ ਕਹਿੰਦੇ ਹਾਂ ਅਸੀਂ ਸਭ ਦੇਖ ਲੈਂਦੇ ਹਾਂ, ਸਭ ਕੁਝ ਕਰ ਸਕਦੇ ਹਾਂ। ਪਰ ਸਤਿਗੁਰ ਕਹਿੰਦੇ ਨੇ ਜਿਸ ਲਈ ਤੂੰ ਸੰਸਾਰ ਤੇ ਵਿਚਰ ਰਿਹਾ ਹੈ, ਜਿਸ ਲਈ ਤੂੰ ਆਇਆ ਹੈ, ਉਸ ਮਾਰਗ ਤੇ ਅਜੇ ਤੂੰ ਚੱਲਿਆ ਹੀ ਨਹੀਂ, ਉਸ ਮਾਰਗ ਵੱਲ ਅਜੇ ਤੂੰ ਤੁਰਿਆ ਹੀ ਨਹੀਂ। ਅਸੀਂ ਉਹਨਾਂ ਨੂੰ ਅੰਨੇ ਕਹਿ ਦਿੰਦੇ ਹਾਂ ਜਿਨ੍ਹਾਂ ਨੂੰ ਸਤਿਗੁਰ ਪਰਮਾਤਮਾ ਨੇ ਅੱਖਾਂ ਨਹੀਂ ਦਿੱਤੀਆਂ। ਅਸੀਂ ਕਹਿ ਦਿੰਦੇ ਹਾਂ ਸੂਰਮਾ ਸਿੰਘ ਹੈ, ਇਹ ਨੇਤਰਹੀਨ ਹੈ। ਪਰ ਸਤਿਗੁਰ ਕਹਿੰਦੇ ਨੇ ਐਸੇ ਐਸੇ ਨੇਤਰਹੀਨ ਨੇ ਜਿਨ੍ਹਾਂ ਨੂੰ ਸਤਿਗੁਰ ਨੇ ਪਰਮਾਤਮਾ ਨੇ ਅੱਖਾਂ ਨਹੀਂ ਦਿੱਤੀਆਂ।
ਅੰਦਰੂਨੀ ਤੌਰ ਤੇ ਇਤਨੇ ਜਾਗਦੇ ਹਨ, ਐਸੇ ਐਸੇ ਉਹਨਾਂ ਨੇ ਪੜ੍ਹਾਈਆਂ ਕੀਤੀਆਂ, ਐਸੇ ਐਸੇ ਵਿਦਿਆ ਹਾਸਲ ਕੀਤੀਆਂ ਨੇ, ਗੁਰੂ ਦਰਬਾਰ ਦੇ ਅੰਦਰ ਐਸੇ ਕੀਰਤਨੀ ਹੋਏ ਨੇ, ਉਹਨਾਂ ਨੇ ਆਪਣਾ ਨਾਮ ਐਸਾ ਰੋਸ਼ਨ ਕੀਤਾ, ਅੱਖਾਂ ਨਾ ਹੋਣ ਦੇ ਬਾਵਜੂਦ ਵੀ ਉਹ ਗੁਰੂ ਕੇ ਮਾਰਗ ਤੇ ਚੱਲੇ ਹਨ। ਪਰ ਸਾਡੇ ਕੋਲ ਸਭ ਕੁਝ ਹੁੰਦਿਆਂ ਹੋਇਆਂ ਵੀ ਸਤਿਗੁਰ ਅੱਜ ਦੇ ਹੁਕਮਨਾਮੇ ਅੰਦਰ ਇਹ ਸਮਝਾ ਰਹੇ ਹਨ। ਤਨਾਸਰੀ ਮਹਲਾ ਚੌਥਾ। ਹਮ ਅੰਧਲੇ ਅੰਧ ਵਿਖੈ ਵਿਖਰਾਤੇ, ਕਿਉਂ ਚਾਲੈ ਹੈ ਗੁਰ ਚਾਲੀ। ਅੰਧਲੇ ਤੋਂ ਭਾਵ ਹੈ ਅੰਨੇ, ਅੰਧਲੇ ਅੰਧ ਬਹੁਤ ਹੀ ਜ਼ਿਆਦਾ ਅਸੀਂ ਅੰਨੇ ਹਾਂ। ਸਤਿਗੁਰ ਕਹਿੰਦੇ ਅੱਖਾਂ ਹੋਣ ਦੇ ਬਾਵਜੂਦ ਵੀ ਤੂੰ ਸੰਸਾਰ ਤੇ ਸਭ ਕੁਝ ਦੇਖ ਰਿਹਾ ਹੈ, बुरे पासे भी तो कर रहा है, चंगे पासे भी जा रहा है, सेवा भी कर रहा है, पर को जो परमात्मा करना से हम अंधले अंध विखै विखराते, क्यों चाले हैं गुर चाली। हे भाई असी जीव माया के मोह विच बहुत ही ज्यादा अन्ने होए करते हैं। ये माया का प्रभाव साडे ते इतना है, बंदा जो माया तो रहता है तो वो विचार कुछ और नहीं, जो माया का प्रभाव आ जाता है तो वो विचार, वो चाल चलन, वो बोल बाणी, ये सब कुछ बदल जाते हैं। एक माया का प्रभाव है, इस माया ने ही सारे सारे ऐसा मोया है। इस माया के कारण ही असं सतगुर के चरणों को, सतगुर के परमात्मा बहुत ज्यादा दूर हाँ, क्योंकि इस माया के कारण ही सतगुर कहते ने असी अन्य हुए फिरते हैं, मायक पदार्थों के जहर विच ऐसे मगन रहते हैं, असी किवें गुरु के दसे हुए मुराद ते तुर सकते हैं, नहीं तुरया जाता। किसी को तुसीं कह के देख लो गुरु की संगत कर लिया कर, अमृत वेले की संभाल कर लिया कर, अज नहीं तो कल कर लो, आवाज यही अज समा नहीं आप कल कर लवांगे। सतगुर कहते हैं कल करदिया ही ये जीवन ऐसा प्रतीत हो जाता है कि आ सारा जीवन साडा व्यर्थ चले जाता है इस माया के कारण। इसलिए सतगुर कहते हैं हम अंधले अंध विखै विखराते, क्यों चालै गुर चाली। किस तरह चलिया जाए। सतगुर दया करी सुख दाता, हम लावै आपन पाते। ये भी सतगुर की कृपा है। आप आके गुरु दरबार में बैठते हैं, हम सिख संतां के बहुत ज्यादा ने, आप कहते हैं जितने बैठे आप इतने सिख संतां ने। सतगुर कहते नहीं, गुरु दरबार के अंदर भी कोई आके बैठ सकता है जिसे सतगुर जी ने कृपा की है, क्योंकि इत्थे सच वरतना कुड़ियारा चित्त उदास, जिन्हों के अंदर दिन रात कोल भरिया निंदा चोरी करने वाले हैं, वो इस दाते आके बैठ ही नहीं सकते। तुसीं कई बार देखा मैं पापा घरों चल पैंदे गुरुद्वारे साहब जाना है, पर इत्थे आके भी थल्ले बैठ के गल्लां करके घर नूं चले जाते हैं, कित्थों आए हो गुरुद्वारे आए। पर सतगुर कहते इत्थे तू आया जरूर, पर जिस मार्ग से आया से वो मार्ग में तू चलिया ही नहीं, जिस वास्ते आया वो काम तो किया ही नहीं। सतगुर दया करे सुख दाता, हम लावै आपन पाले। सुखों का देने वाला गुरु आप ही देकर कृपा करे, अपने मेहर करे ते सानू अपने नाल ला लवे। ये सतगुर की दया है। सतगुर कृपा करते हैं तो जुड़िया जा सकता है। कई कहते हैं मैं बचपन तो जवानी हो गई, जवानी को बुढ़ेपा हो गया, मैं बहुत बाणी पढ़ी है, दिन रात मैं नितने भी करता हाँ, सिमरन भी करता, पर टिका नहीं है। पर सतगुर कहते हैं अजे तू मेरी बाणी पढ़ी हुई, जे किते बाणी पढ़ी होती तो सतगुर ते कहते हैं इस बाणी के पढ़न नाल इतनी सहज अवस्था पैदा हो जाती है। कई परिवार ऐसे हैं उनका जीवन ही तब्दील हो गया इस बाणी के लड़ लगन देने। पर केवल पढ़न के नाल कुछ भी नहीं होना। सतगुर नहीं
ਆਸਾ ਦੀ ਦੀਵਾਰ ਦੇ ਅੰਦਰ ਸਮਝਾਉਂਦੇ ਆ, ਪੜ ਪੜ ਗੱਡੀ ਲੱਗੀ ਹੈ, ਪੜ ਪੜ ਭਈਆ ਸਰ ਪੜੀ ਜਾਓ, ਪੜ ਪੜ ਕੇ ਸੀ ਬੁੱਕਾਂ ਪੜੀ ਜਾਣੀਆਂ, ਦਿਨ ਰਾਤ ਧਰਮ ਗ੍ਰੰਥ ਪੜੇ ਜਾਣੇ, ਪੜ੍ਹਨ ਨਾਲ ਕੁਛ ਨਹੀਂ ਹੋਣਾ। ਸਾਧੂ ਕਹਿੰਦੇ ਇੱਕ ਅੱਖਰ ਵੀ ਦੇ ਤੂੰ ਮਨ ਵਿੱਚ ਵਸਾ ਲੈਣਾ ਹੈ ਤੇ ਤੇਰਾ ਪੜਿਆ ਤੇ ਸਫਲ ਹੋ ਜਾਏਗਾ। ਇਸ ਸਤਿਗੁਰ ਦੇ ਅੱਗੇ ਅਰਦਾਸ ਬੇਨਤੀ ਕਰ, ਸਤਿਗੁਰ ਦਇਆ ਕਰੇ ਸੁਧ ਦਾਤਾ, ਹਮ ਲਾਵੈ ਆਪਨ ਪਾਲੀ, ਆਪਣੇ ਲੜ ਲਾ ਲਵੇ ਤੇ ਤਾਂ ਕਿਤੇ ਜਾ ਕੇ ਇਹ ਜੀਵਨ ਸਾਡਾ ਸਫਲ ਹੋ ਸਕਦਾ ਹੈ। ਗੁਰ ਸਿੱਖ ਮੀਤ ਚਲੋ ਗੁਰ ਚਲੀ, ਮੀਤ ਤੋਂ ਪਾਵੇ ਮਿੱਤਰ। ਹੁਣ ਅਸੀਂ ਸਾਰੇ ਆਪਸ ਵਿੱਚ ਮਿੱਤਰ ਹਾਂ, ਗੁਰ ਭਾਈ ਹਾਂ, ਕਿਉਂਕਿ ਅਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਮੰਦੇ ਵੀ ਪਰਮਾਤਮਾ ਦੇ ਭੇਜੇ ਹੋਏ ਹਨ ਤੇ ਚੰਗੇ ਵੀ ਪਰਮਾਤਮਾ ਦੇ ਭੇਜੇ ਹੋਏ ਹਨ। ਚੰਗੇ ਵੀ ਪਰਮਾਤਮਾ ਆਪ ਬਣਾਉਂਦਾ ਤੇ ਮੰਦੇ ਵੀ ਸਤਿਗੁਰ ਆਪ ਬੁਰੇ ਪਾਸੇ ਲਾਉਂਦਾ ਹੈ। ਇਹ ਸਭ ਕੁਝ ਕਰਨ ਵਾਲਾ ਦਾਤਾ ਹੈ। ਪਰ ਜਦੋਂ ਅਸੀਂ ਦਿਨ ਰਾਤ ਗੁਰੂ ਕੀ ਸੰਗਤ ਕਰਦੇ ਹਾਂ ਬਾਣੀ ਜਦੋਂ ਸੁਣਦੇ ਹਾਂ ਤੇ ਮਨ ਦੇ ਅੰਦਰ ਤਬਦੀਲੀ ਹੁੰਦੀ ਹੈ। ਉਸ ਤਬਦੀਲੀ ਦੇ ਕਾਰਨ ਹੀ ਅਸੀਂ ਗੁਰੂ ਚਰਨਾਂ ਦੇ ਨਾਲ ਜੁੜ ਸਕਦੇ ਹਾਂ, ਤੇ ਸਾਰਾ ਜੀਵਨ ਇਸ ਤਰ੍ਹਾਂ ਹੀ ਲੰਘ ਜਾਂਦਾ, ਨਹੀਂ ਜੁੜਿਆ ਜਾਂਦਾ। ਇਸ ਲਈ ਸਾਨੂੰ ਕਹਿੰਦੇ ਨੇ, ਹੇ ਗੁਰਸਿੱਖ ਮਿੱਤਰ, ਗੁਰੂ ਦੇ ਦੱਸੇ ਹੋਏ ਜੀਵਨ ਦੇ ਰਾਹ ਤੇ ਤੁਰੋ, ਤਾਂ ਕਿਤੇ ਜਾ ਕੇ ਇਹ ਜੀਵਨ ਸਾਡਾ ਸੰਸਾਰ ਤੇ ਸਫਲ ਹੋ ਸਕਦਾ ਹੈ। ਅੱਗੇ ਹੁਣ ਸਮਝਾਉਣਾ ਕੀਤਾ, ਜੋ ਗੁਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਨਿਰਾਲੇ ਤੋਂ ਭਾਵ ਹੈ ਅਨੋਖੀ। ਜੋ ਗੁਰ ਕਹੈ ਸੋਈ ਪਲ ਮਾਨੋ, ਉਹਨੂੰ ਵੀ ਭਲਾ ਕਰਕੇ ਮੰਨੋ। ਹੁਣ ਕਈ ਵਾਰੀ ਅਸੀਂ ਗੁਰੂ ਦੀ ਸੰਗਤ ਵਿੱਚ ਆਉਂਦੇ ਹਾਂ ਤੇ ਇੱਥੇ ਆ ਕੇ ਵੀ ਕਈ ਐਸੇ ਨੇ ਆਪਣਾ ਹੁਕਮ ਚਲਾਉਂਦੇ ਨੇ। ਅਸੀਂ ਕਹਿੰਦੇ ਨੇ ਗੁਰੂ ਦਾ ਹੁਕਮ ਨਹੀਂ ਮੰਨਣਾ, ਜੋ ਅਸੀਂ ਕਹਿੰਦੇ ਹਾਂ ਉਹ ਕਰੋ। ਸਤਿਗੁਰ ਨੂੰ ਕਹਿੰਦੇ ਨੇ, ਤੂੰ ਮਾਇਆ ਜਿਤਨੇ ਕਹੇ ਮੈਂ ਤੇਰੇ ਦਰ ਤੇ ਚੜਾ ਦੇਣਾ ਹਾਂ, ਸੁੰਦਰ ਰੁਮਾਲੇ ਕਹੋ ਤੇ ਮੈਂ ਤੇਰੇ ਦਰ ਤੇ ਚੜਾ ਦੇਣਾ ਹਾਂ, ਪਰ ਜੋ ਤੁਸੀਂ ਕਹਿ ਰਹੇ ਹੋ ਇਹ ਮੰਨਣਾ ਮੇਰੇ ਵਾਸਤੇ ਬਹੁਤ ਹੀ ਔਖਾ ਹੈ, ਇਹ ਨਹੀਂ ਮੰਨਿਆ ਜਾਂਦਾ। ਔਰ ਜਿਨ੍ਹਾਂ ਨੇ ਹੁਕਮ ਮੰਨਿਆ ਹੈ, ਸਤਿਗੁਰ ਕਹਿੰਦੇ ਨੇ ਉਹਨਾਂ ਦਾ ਜੀਵਨ ਤਬਦੀਲ ਹੋਇਆ ਭਾਈ ਲਹਿਣਾ ਦੇ ਹੋਏ ਨੇ, ਜਿਹੜੇ ਕਿ ਦਿਨ ਰਾਤ ਦੀ ਯਾਤਰਾ ਵਿੱਚ ਲੱਗੇ ਹੋਏ ਸਨ। ਉਹਨਾਂ ਦਾ ਜੀਵਨ ਕਈ ਸਾਲਾਂ ਤੋਂ ਦੇਵੀ ਪੂਜਾ ਕਰਨੀ, ਪੁੰਨ ਦਾਨ ਕਰਨੀ। ਅਸੀਂ ਕਹਿੰਦੇ ਹਾਂ ਪੁੰਨ ਦਾਨ ਕਰ ਲਿਆ ਬਹੁਤ ਹੋ ਗਿਆ, ਸੇਵਾ ਸਮਰਨ ਕਰ ਲਈ ਬਹੁਤ ਹੋ ਗਿਆ, ਅਸੀਂ ਲੰਗਰ ਲਾ ਦਿੱਤੇ ਬਹੁਤ ਹੋ ਗਿਆ। ਸਤਿਗੁਰ ਕਹਿੰਦੇ ਨੇ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਪੈ ਜਾਏ। ਇਹਦੇ ਨਾਲ ਸਾਡਾ ਜੋ ਜੀਵਨ ਹੈ ਇਹ ਸਫਲ ਵੀ ਹੋ ਸਕੇਗਾ। ਸੇਵਾ ਕਰ ਰਹੇ ਹਾਂ ਦਿਖਾਵੇ ਦੀ ਵੀ ਹੋ ਸਕਦੀ ਹੈ, ਲੰਗਰ ਲਾ ਰਹੇ ਹਾਂ ਦਿਖਾਵੇ ਦਾ ਵੀ ਹੋ ਸਕਦਾ ਹੈ, ਪੁੰਨ ਦਾਨ ਕਰ ਰਹੇ ਹਾਂ ਦਿਖਾਵੇ ਦਾ ਵੀ ਹੋ ਸਕਦਾ ਹੈ। ਜਿਤਨਾ ਚਿਰ ਆਪਾਂ ਗੁਰੂ ਕੀ ਸੰਗਤ ਵਿੱਚ ਆ ਕੇ ਬੈਠ ਕੇ ਆਸਾ ਜੀ ਦੇ ਵਾਰ ਦਾ ਕੀਰਤਨ ਨਹੀਂ ਸੁਣਦੇ, ਗੁਰੂ ਵਿਚਾਰ ਨਹੀਂ ਸੁਣਦੇ, ਉਤਨਾ ਚਿਰ ਜੀਵਨ ਦੇ ਅੰਦਰ ਤਬਦੀਲੀ ਨਹੀਂ ਹੈ। ਲਹਿਣਾ ਜੀ ਕਈ ਸਾਲਾਂ ਤੋਂ ਦੇਖੋ ਯਾਤਰਾ ਕਰ ਰਹੇ ਸਨ, ਆਪ ਹੀ ਨਹੀਂ ਇਕੱਲੇ ਕਰ ਰਹੇ ਸਨ, ਸੰਗੀ ਸਾਥੀ ਵੀ ਕਰਾ ਰਹੇ ਸਨ। ਭਰਮਣ ਕਰਦਿਆਂ ਬਹੁਤ ਸਾਲ ਬਤੀਤ ਹੋ ਗਏ, ਪਰ ਅੰਦਰ ਟਿਕਾ ਨਹੀਂ ਹੈ। ਅੰਦਰ ਜੋ ਸ਼ਾਂਤੀ ਚਾਹੁੰਦੇ ਨੇ ਉਹ ਨਹੀਂ ਹੈ। ਮਨ ਵਿੱਚ ਇੱਕ ਦਿਨ ਖਿਆਲ ਆਇਆ, ਬਾਬੇ ਨਾਨਕ ਦਾ ਨਾਮ ਸੁਣਿਆ ਸੀ, ਦਰਸ਼ਨ ਨਹੀਂ ਸਨ ਕੀਤੇ। ਆਪਣੇ ਸੰਗੀ ਸਾਥੀਆਂ ਨੂੰ ਕਹਿੰਦੇ ਨੇ, ਤੁਸੀਂ ਆਪਣੇ ਘਰਾਂ ਨੂੰ ਜਾਓ, ਅੱਜ ਮੈਂ ਕਿਤੇ ਹੋਰ ਜਾਣਾ ਹੈ। ਸੰਗੀ ਸਾਥੀ ਵੀ ਹੈਰਾਨ ਨੇ ਕਿ ਯਾਤਰਾ ਕਰ ਆਏ ਹਾਂ, ਹੋਰ ਦੱਸੋ ਕਿੱਥੇ ਜਾਣਾ ਹੈ। ਪਰ ਉਹ ਜੋ ਭਾਲਦੇ ਸਨ ਦੇ ਅੰਦਰ ਜੋ ਟਿਕਾ ਹੈ ਮੈਨੂੰ ਉਹ ਨਹੀਂ ਮਿਲਿਆ। ਇਸ ਸੰਸਾਰ ਦੇ ਅੰਦਰ ਸਾਨੂੰ ਅੰਦਰ ਸ਼ਾਂਤੀ ਚਾਹੀਦੀ ਹੈ। ਧਨ ਦੌਲਤ ਬਹੁਤ ਹੈ ਪਰ ਨੀਂਦ ਨਹੀਂ ਆ ਰਹੀ। ਏਸੀ ਲੱਗੇ ਹੋਏ ਨੇ ਪਰ ਟਿਕਾ ਨਹੀਂ ਹੈ। ਦਿਨ ਰਾਤ ਟੈਨਸ਼ਨ ਹੈ, ਮਾਇਆ ਕਤਰ ਕਰ ਲਈ ਹੈ, ਪਰ ਨਾਮ ਨਹੀਂ ਜਪਿਆ। ਨਾਮ ਤੋਂ ਬਿਨਾਂ ਸੁਖ ਨਹੀਂ ਹੈ। ਇਸੇ ਭੁਲੇਖੇ ਦੇ ਅੰਦਰ ਅਸੀਂ ਸੰਸਾਰ ਤੇ ਦੌੜ ਰਹੇ ਹਾਂ, ਪਰ ਜਿੱਧਰ ਆਪਾਂ ਦੌੜਨਾ ਸੀ ਉਧਰ ਅਸੀਂ ਦੌੜੇ ਨਹੀਂ। ਜਦੋਂ ਭਾਈ ਲਹਿਣਾ ਜੀ ਧੰਨ ਗੁਰੂ ਨਾਨਕ ਸਾਹਿਬ ਦੇ ਦਰ ਤੇ
ਅੱਜ ਅਵਸਥਾ ਬਣਾ ਲਈ ਉੱਥੇ ਜਾਣਾ, ਘੋੜ ਤੇ ਸਵਾਰ ਹੋ ਕੇ ਆ ਰਹੇ ਨੇ, ਕਰਤਾਰਪੁਰ ਪੁੱਜੇ ਨੇ। ਬਾਬਾ ਨਾਨਕ ਖੇਤਾਂ ਵਿੱਚ ਆਪਣੀ ਜੋ ਕਿਰਤ ਕਰ ਰਹੇ ਨੇ, ਇਹ ਨਹੀਂ ਬਾਬੇ ਨਾਨਕ ਨੇ ਇਕੱਲਾ ਉਪਦੇਸ਼ ਕੀਤਾ ਕਿਰਤ ਕਰੋ ਵੰਡ ਛਕੋ, ਉਹਨਾਂ ਨੇ ਆਪ ਵੀ ਕੀਤਾ ਹੈ। ਅਵਰ ਉਪਦੇਸੈ ਆਪ ਨ ਕਰੈ, ਆਵਤ ਜਾਵਤ ਜਨਮੈ ਕਰੈ। ਕੱਲੇ ਅਸੀਂ ਉਪਦੇਸ਼ ਕਰਦੇ ਹਾਂ ਤੇ ਆਪ ਨਹੀਂ ਕਰ ਰਹੇ, ਉਹਦਾ ਟਾਈਮ ਸਾਡਾ ਕਿਹਾ ਹੈ ਜੋ ਇਹ ਅਸਰ ਨਹੀਂ ਹੋਏਗਾ। ਬਾਬੇ ਨਾਨਕ ਨੇ ਕਿਰਤ ਕੀਤੀ ਹੈ, ਖੇਤੀਬਾੜੀ ਕੀਤੀ, ਆਪਣੀ ਕਿਰਤ ਕਰਤਾ। ਬਾਬੇ ਨਾਨਕ ਨੂੰ ਆ ਕੇ ਕਹਿ ਰਹੇ ਨੇ, ਭਾਈ ਲਹਿਣਾ ਜੀ ਮੈਂ ਨਾਨਕ ਦੇ ਦਰ ਤੇ ਜਾਣਾ, ਭਾਈ ਪੁਰਸ਼ਾ ਮੈਨੂੰ ਨਾਨਕ ਦਾ ਦਰ ਦੱਸ। ਤੇ ਬਾਬਾ ਨਾਨਕ ਕਹਿੰਦਾ ਤੂੰ ਨਾਨਕ ਨੂੰ ਦੇਖਿਆ ਨਹੀਂ? ਕਹਿੰਦੇ ਨਾ ਦੇਖਿਆ ਨਹੀਂ, ਨਾ ਮੈਂ ਦਰਸ਼ਨ ਕੀਤੇ। ਉਹਦੇ ਦਰ ਤੇ ਮੈਨੂੰ ਲੈ ਜਾ, ਮੈਂ ਉਹਦੇ ਦਰ ਤੇ ਜਾਣਾ ਹੈ, ਨਮਸਕਾਰ ਕਰਨੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣਗੇ ਥੋੜਾ ਸਮਾਂ ਰੁਕ, ਆ ਮੈਂ ਥੋੜਾ ਕੰਮ ਕਰ ਲਵਾਂ, ਮੈਂ ਫਿਰ ਤੈਨੂੰ ਨਾਨਕ ਦੇ ਦਰ ਤੇ ਲੈ ਜਾਣਾ। ਕੱਪੜੇ ਲਿਬੜੇ ਹੋਏ ਨੇ ਚਿੱਕੜ ਦੇ ਨਾਲ, ਕਿਉਂਕਿ ਖੇਤਾਂ ਵਿੱਚ ਕੰਮ ਕਰ ਰਹੇ ਨੇ। ਤੇ ਭਾਈ ਲਹਿਣਾ ਜੀ ਘੋੜੀ ਤੇ ਕਦੇ ਸਵਾਰ ਇਸ ਤਰ੍ਹਾਂ ਹੀ ਖਲੋਤੇ, ਘੋੜੀ ਤੇ ਬੈਠੇ ਨਗਰੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਕਿਰਤ ਕੀਤੀ ਹੈ ਤੇ ਚੱਲੇ ਨੇ ਤੇ ਘੋੜੇ ਦੀ ਲਗਾਮ ਪਕੜ ਕੇ ਅੱਗੇ ਨੂੰ ਤੁਰ ਪੈ ਗਏ। ਲਹਿਣਾ ਘੋੜੀ ਤੇ ਸਵਾਰ ਹੈ ਤੇ ਉਸੇ ਤਰ੍ਹਾਂ ਹੀ ਚੱਲ ਪਏ। ਹੁਣ ਦਰਸ਼ਨ ਨਹੀਂ ਸਨ ਕੀਤੇ। ਜਦੋਂ ਨਾਨਕ ਦੇ ਘਰ ਆਏ ਤੇ ਨਾਨਕ ਕਹਿਣ ਲੱਗੇ ਬਾਬਾ ਨਾਨਕ ਇਹ ਗੁਰਦੁਆਰੇ ਆ ਨਾਨਕ ਦਾ ਘਰ ਹੈ ਤੇ ਤੂੰ ਇੱਧਰੋਂ ਮੂੰਹ ਹੱਥ ਧੋ ਤੇ ਅੰਦਰ ਜਾ ਕੇ ਬੈਠ, ਨਾਨਕ ਤੈਨੂੰ ਅੰਦਰ ਹੀ ਮਿਲੇਗਾ। ਮੂੰਹ ਹੱਥ ਧੋਤਾ ਹੈ, ਅੰਦਰ ਜਾ ਕੇ ਨਮਸਕਾਰ ਕੀਤੀ। ਜਿੱਥੇ ਨਾਨਕ ਸਾਹਿਬ ਬੈਠਦੇ ਸਨ ਉਹਦੇ ਸਾਹਮਣੇ ਆ ਕੇ ਬੈਠ ਗਏ। ਮੈਂ ਸਭ ਤੋਂ ਅੱਗੇ ਬੈਠਾ, ਮੈਂ ਨਾਨਕ ਦੇ ਦਰਸ਼ਨ ਕਰਨੇ ਨੇ, ਉਹਨਾਂ ਦੀ ਸਿੱਖਿਆ ਨੂੰ ਹਾਸਲ ਕਰਨਾ ਹੈ। ਸਭ ਤੋਂ ਅੱਗੇ ਜਾ ਕੇ ਬੈਠੇ ਨੇ। ਇਧਰੋਂ ਨਾਨਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ਼ਨਾਨ ਪਾਣੀ ਕੀਤਾ, ਬਸਤਰ ਚੇਂਜ ਕੀਤੇ। ਜਦੋਂ ਕਿਤੇ ਸਿੰਘਾਸਨ ਤੇ ਜਾ ਕੇ ਬੈਠੇ, ਭਾਈ ਲਹਿਣਾ ਜੀ ਨੇ ਤੱਕਿਆ ਕਿ ਉਹੀ ਪੁਰਸ਼ ਹੈ ਜਿਹੜਾ ਮੇਰੇ ਘੋੜੇ ਦੀ ਲਗਾਮ ਪਕੜ ਕੇ ਆਇਆ। ਉਹ ਅੱਗੇ ਅੱਗੇ ਤੇ ਮੈਂ ਘੋੜੀ ਤੇ ਚੜ ਕੇ ਪਿੱਛੇ ਪਿੱਛੇ ਆ ਰਿਹਾ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਗੋਗਾ ਮਾਰ ਕੇ ਰੋ ਰਿਹਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਭਾਈ ਪ੍ਰਸ਼ਾਦ ਰੋਣ ਦਾ ਕਾਰਨ? ਕਹਿਣਗੇ ਜਿਨ੍ਹਾਂ ਦੇ ਮੈਂ ਦਰਸ਼ਨ ਕਰਨ ਵਾਸਤੇ ਆਇਆ, ਜਿਨ੍ਹਾਂ ਦਾ ਨਾਮ ਸਾਰੀ ਸ੍ਰਿਸ਼ਟੀ ਤੇ ਉਚਿਤ ਹੈ, ਜਿਹੜਾ ਵੀ ਉਹਨਾਂ ਦੇ ਦਰਸ਼ਨ ਕਰਦਾ ਹੈ ਉਹਦਾ ਜੀਵਨ ਹੀ ਤਬਦੀਲ ਹੋ ਜਾਂਦਾ। ਤੇ ਤੁਸੀਂ ਮੇਰੀ ਘੋੜੀ ਦੀ ਲਗਾਮ ਪਕੜ ਕੇ ਆਏ ਤੇ ਮੈਂ ਪਿੱਛੇ ਪਿੱਛੇ, ਮੈਂ ਤੇ ਆਪਣੀਆਂ ਭੁੱਲਾਂ ਬਖਸ਼ਾਉਣ ਵਾਸਤੇ ਆਇਆ ਸਾਂ ਤੇ ਮੈਂ ਤੇ ਹੋਰ ਭੁੱਲ ਕਰ ਬੈਠਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਭਾਈ ਪੁਰਸ਼ਾ ਤੇਰਾ ਨਾਮ ਦੱਸ। ਕਹਿਣ ਲੱਗੇ ਮੇਰਾ ਨਾਮ ਲਹਿਣਾ ਹੈ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਜੇ ਤੁਹਾਡਾ ਨਾਮ ਲਹਿਣਾ ਹੈ ਅਸੀਂ ਤੁਹਾਨੂੰ ਦੇਣਾ ਹੈ ਤੇ ਇਸ ਗੱਲ ਦੀ ਚਿੰਤਾ ਨਾ ਕਰੋ, ਸੇਵਾ ਵਿੱਚ ਲੱਗ ਜਾਓ। ਭਾਈ ਲਹਿਣਾ ਜੀ ਨੇ ਗੁਰੂ ਘਰ ਦੀ ਐਸੀ ਸੇਵਾ ਕੀਤੀ, ਐਸੀ ਸੇਵਾ ਕੀਤੀ। ਗੁਰ ਸਿੱਖ ਮੀਤ ਚਲੋ ਗੁਰ ਚਾਲੇ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਕਰਾਵੇ। ਗੁਰੂ ਜੋ ਆਖਦਾ ਹੈ ਕਿ ਪਰਮਾਤਮਾ ਦੀ ਸਿੱਖ ਸਲਾਹ ਕਰਿਆ ਕਰੋ ਤੇ ਆਪਣੇ ਜੇ ਦਿਨ ਰਾਤ ਤੋਂ ਸਿੱਖ ਸਲਾਹ ਕਰਦੇ ਹਾਂ, ਸਾਡੇ ਜੀਵਨ ਅੰਦਰ ਤਬਦੀਲੀ ਆ ਜਾਂਦੀ ਹੈ। ਲਹਿਣਾ ਜੀ ਨੇ ਕਦੇ ਵੀ ਦਰਸ਼ਨ ਨਹੀਂ ਸਨ ਕੀਤੇ, ਇਸ ਮਾਰਗ ਦਾ ਪਤਾ ਹੀ ਨਹੀਂ ਸੀ। ਪਰ ਸਤਿਗੁਰੂ ਜੀ ਨੇ ਜਦੋਂ ਉਹ ਅੱਖਾਂ ਬਖਸ਼ਿਸ਼ ਕੀਤੀਆਂ ਤੇ ਸਤਿਗੁਰੂ ਦੇ ਮਾਰਗ ਤੇ ਚੱਲੇ ਤੇ ਐਸੇ ਫਿਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸੇਵਾ ਵਿੱਚ ਲੱਗ ਗਏ। ਸੇਵਾ ਕਰਦਿਆਂ ਕਰਦਿਆਂ ਫਿਰ ਕਹਿੰਦੇ ਨੇ ਐਸਾ ਜੀਵਨ ਤਬਦੀਲ ਹੋਇਆ, ਜੋ ਗੁਰੂ ਆਖਦੇ ਸਨ ਉਹੀ ਕਰਦੇ ਸਨ। ਇਸ ਨੂੰ ਆਪਣੇ ਵਾਸਤੇ ਉਹਨਾਂ ਨੇ ਭਲਾ ਸਮਝਿਆ ਕਿ ਮੈਂ ਦਿਨ ਰਾਤ ਕਈ ਸਾਲ ਮੈਂ ਭਰਮਣ ਕਰਦਾ ਰਿਹਾ।
ਟਿਕਾ ਨਹੀਂ ਆਇਆ, ਮੈਂ ਦਰਸ਼ਨ ਕੀਤੇ ਨੇ, ਅੰਦਰ ਮਨ ਵੱਧਦਾ ਹੋ ਗਿਆ। ਜਿਨ੍ਹਾਂ ਦੇ ਅੰਦਰ ਸ਼ਰਧਾ ਹੈ ਉਹ ਇੱਥੇ ਆ ਕੇ ਜਦੋਂ ਬੈਠਦੇ ਨੇ, ਗੁਰੂ ਕੇ ਦਰਸ਼ਨ ਕਰਦੇ ਨੇ, ਬਾਣੀ ਸੁਣਦੇ ਨੇ, ਮਨ ਕਹਿੰਦਾ ਹੈ ਕਿ ਆ ਕੇ ਜਦੋਂ ਆਪਾਂ ਗੁਰੂ ਤੋਂ ਬਾਹਰ ਜਾਂਦੇ ਹਾਂ ਗੁਰਦੁਆਰੇ, ਫਿਰ ਮਨ ਕੋਈ ਚਤਰਾਈਆਂ ਸਿਆਣਪਾਂ ਕਰਨ ਲੱਗ ਪੈਂਦਾ ਹੈ, ਨਿੰਦਿਆ ਚੁਗਲੀ ਕਰਨ ਲੱਗ ਪੈਂਦਾ, ਫਿਰ ਭੁੱਲ ਜਾਂਦਾ। ਜਦੋਂ ਫਿਰ ਆਪਾਂ ਇੱਥੇ ਆ ਕੇ ਗੁਰਬਾਣੀ ਸੁਣਦੇ ਆ ਮਨ ਤਬਦੀਲ ਹੁੰਦਾ ਹੈ। ਜੇ ਆਪਾਂ ਕਹੀਏ ਮਨ ਤਬਦੀਲ ਕਰਕੇ ਬਾਣੀ ਸੁਣੀਏ, ਮਨ ਨੂੰ ਟਿਕਾ ਕੇ ਬਾਣੀ ਸੁਣੀਏ, ਤੇ ਕਦੇ ਵੀ ਮਨ ਟਿਕ ਨਹੀਂ ਸਕਦਾ। ਸੁਣਦਿਆਂ ਹੀ ਮਨ ਟਿਕੇਗਾ। ਸਤਿਗੁਰੂ ਕਹਿੰਦੇ ਨੇ ਇਸ ਲਈ ਇਹ ਭਾਈ, ਕਿਉਂਕਿ ਪ੍ਰਭੂ ਨੂੰ ਸਿੱਧ ਸਲਾਹ ਅਨੋਖੀ ਤਬਦੀਲੀ ਜੀਵਨ ਵਿੱਚ ਪੈਦਾ ਕਰ ਦਿੰਦੀ ਹੈ, ਇਸ ਲਈ ਦਿਨ ਰਾਤ ਸਿੱਧ ਸਲਾਹ ਸੁਣ। ਹਰ ਕੇ ਸੰਤ ਸੁਨੋ ਜਨ ਭਾਈ, ਗੁਰ ਸੇਵਿਓ ਵੇਦ ਬਿਗਾਲੇ। ਇੱਥੇ ਹੁਣ ਸਤਿਗੁਰੂ ਨੇ ਵੇਦ ਬਿਗਾਲੇ ਤੋਂ ਬਾਅਦ ਭਾਵ ਹੈ ਬਹੁਤ ਹੀ ਛੇਤੀ। ਜਿਨ੍ਹਾਂ ਦੇ ਅੰਦਰ ਸਤਿਗੁਰੂ ਜੀ ਨੇ ਕਿਰਪਾ ਕਰਨੀ ਹੈ, ਉਹਨਾਂ ਦੇ ਅੰਦਰ ਬਹੁਤ ਜਲਦੀ ਤਬਦੀਲੀ ਆ ਜਾਂਦੀ ਹੈ। ਔਰ ਕਈ ਐਸੇ ਮਨ ਦੇ ਕਠੋਰ ਨੇ, ਆ ਕੇ ਗੁਰਬਾਣੀ ਵਿੱਚ ਸੁਣਦੇ ਨੇ, ਦਿਨ ਰਾਤ ਚੁਗਲੀ ਵੀ ਕਰਦੇ ਨੇ, ਕਿ ਉਹਨਾਂ ਦੇ ਅੰਦਰ ਉਹ ਕਠੋਰਤਾ ਹੈ ਜੋ ਉਹ ਨਹੀਂ ਜਾਂਦੀ, ਤਬਦੀਲੀ ਨਹੀਂ ਹੁੰਦੀ। ਫਿਰ ਬੰਦਾ ਕਹਿੰਦਾ ਮੈਂ ਤੇਰੀ ਗੁਰਬਾਣੀ ਵੀ ਸੁਣੀ, ਆਸਾ ਦਾ ਕੀਰਤਨ ਵੀ ਸੁਣਿਆ, ਨਿਤਨੇਮ ਵੀ ਕਰਦਾ, ਤਬਦੀਲੀ ਨਹੀਂ ਆ ਰਹੀ। ਤਬਦੀਲੀ ਇਸ ਲਈ ਨਹੀਂ ਆ ਰਹੀ, ਆਪਾਂ ਕੇਵਲ ਰਸਨਾ ਤੱਕ ਸੀਮਤ ਹਾਂ, ਅੰਦਰੋਂ ਤੇ ਪੜ੍ਹੀ ਨਹੀਂ, ਅੰਦਰੋਂ ਤੇ ਵਿਚਾਰ ਕੀਤੇ ਹੀ ਨਹੀਂ। ਜਿਸ ਦਿਨ ਅੰਦਰੋਂ ਵਿਚਾਰ ਚੱਲ ਪਈ, ਸਤਿਗੁਰੂ ਕਹਿੰਦੇ ਨੇ ਇੱਕ ਛਿਨ ਮਾਤਰ ਦੇ ਅੰਦਰ ਤੇਰਾ ਜੀਵਨ ਤਬਦੀਲ ਹੋ ਜਾਏਗਾ। ਉਹ ਸਤਿਗੁਰ ਕਿਰਪਾ ਕਰਨ ਵਾਲੇ ਹਨ। ਇਹ ਹਰੀ ਸੰਤ ਜਨੋ, ਇਹ ਮੇਰੇ ਭਰਾਵੋ ਸੁਣੋ, ਛੇਤੀ ਹੀ ਗੁਰੂ ਦੀ ਸ਼ਰਨ ਚ ਆਵੋ, ਕਿਉਂਕਿ ਇਹ ਸਵਾਸਾਂ ਦੀ ਪੂੰਜੀ ਸੀਮਤ ਹੈ। ਹੁਣ ਬੰਦਾ ਕਹਿੰਦਾ ਅੱਜ ਨਹੀਂ ਤੇ ਕੱਲ, ਉਹਨੂੰ ਪਤਾ ਹੀ ਨਹੀਂ ਸਵਾਸਾਂ ਦੀ ਪੂੰਜੀ ਕਿਤਨੀ ਹੈ। ਇਹ ਸਵਾਸਾਂ ਦੀ ਪੂੰਜੀ ਦਾ ਪਰਮਾਤਮਾ ਨੂੰ ਪਤਾ ਕਿਤਨੀ ਸਾਨੂੰ ਬਖਸ਼ਿਸ਼ ਕੀਤੀ ਹੈ, ਕਿਤਨੀ ਸਾਨੂੰ ਲੇਖੇ ਵਿੱਚ ਲਾਈ ਹੈ, ਇਹ ਸਤਿਗੁਰੂ ਹੀ ਜਾਣਦੇ ਹਨ। ਇਸ ਲਈ ਭਾਈ ਸਰ ਪ੍ਰਭੂ ਦੇ ਦਰ ਤੇ ਛੇਤੀ ਤੋਂ ਛੇਤੀ ਆ ਕੇ ਸ਼ਰਨੀ ਪੈ ਜਾਓ, ਇਸ ਜੀਵਨ ਅੰਦਰ ਤਬਦੀਲੀ ਆ ਜਾਏਗੀ। ਸਤਿਗੁਰ ਸੇਵ ਖਰਚ ਹਰ ਬੰਦੋ, ਮਤ ਜਾਣੋ ਆਜ ਕੇ ਕਾਲੇ। ਇੱਥੇ ਹੁਣ ਸਤਿਗੁਰੂ ਜੀ ਨੇ ਸਮਝਾਉਣਾ ਕੀਤਾ, ਖਰਚ ਤੋਂ ਭਾਵ ਹੈ ਨਾਮ ਰੂਪੀ ਧਨ। ਇਸ ਨਾਮ ਰੂਪੀ ਧਨ ਨੂੰ ਆਪਣੇ ਜੀਵਨ ਦੇ ਵਾਸਤੇ ਖਰਚ ਬਣਾਓ। ਗੁਰੂ ਦੀ ਸ਼ਰਨ ਪੈ ਕੇ ਜੀਵਨ ਸਫਲ ਵਾਸਤੇ ਪਰਮਾਤਮਾ ਦੇ ਨਾਮ ਦੀ ਜੋ ਪੂੰਜੀ ਹੈ, ਇਸ ਨੂੰ ਪੱਲੇ ਬੰਨ੍ਹ ਲਓ। ਜਿਸ ਤਰ੍ਹਾਂ ਅਸੀਂ ਬੈਂਕ ਬੈਲੈਂਸ ਬਣਾਉਂਦੇ ਹਾਂ, ਦਿਨ ਰਾਤ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੈਂਕ ਬੈਲੈਂਸ ਵੱਧ ਜਾਣ। ਜਦੋਂ ਹਵਾ ਨਿਕਲ ਗਈ ਤੇ ਬੈਂਕ ਬੈਲੈਂਸ ਸਾਰੇ ਤੇ ਰਹਿ ਜਾਣੇ ਨੇ, ਸੁੰਦਰ ਮਕਾਨ ਬਣਾਏ ਤੇ ਰਹਿ ਜਾਣੇ ਨੇ, ਕਾਰੋਬਾਰ ਤੇ ਰਹਿ ਜਾਣੇ ਨੇ। ਆ ਜੋ ਨਾਮ ਧਨ ਪੂੰਜੀ ਅਸੀਂ ਇਕੱਤਰ ਕੀਤੀ ਹੈ, ਇਹ ਸਾਡੇ ਨਾਲ ਭਾਈ ਰਸਤੇ ਦਾ ਖਰਚਾ ਹੈ। ਇਹ ਸਾਡੇ ਪੱਲਿਆਂ ਤੇ ਸਾਨੂੰ ਦੂਰ ਹੱਥ ਨਹੀਂ ਲਾ ਸਕਦੇ, ਸਾਨੂੰ ਮਾਰ ਨਹੀਂ ਪਏਗੀ। ਇਹ ਤੇ ਜਮਦੂਤਾਂ ਦੀ ਮਾਰ ਐਸੇ ਗਾਢੀ ਹੈ, ਜਦੋਂ ਪੈਂਦੀ ਹੈ ਤੇ ਉਦੋਂ ਬੰਦਾ ਪਛਤਾਉਂਦਾ ਕਿ ਮੈਂ ਨਾਮ ਕਿਉਂ ਨਹੀਂ ਜਪਿਆ, ਕਿਉਂ ਨਹੀਂ ਗੁਰੂ ਕੀ ਸੰਗਤ ਕੀਤੀ। ਮਤਾ ਕਿਤੇ ਮਨ ਵਿੱਚ ਭੁਲੇਖਾ ਹੋਵੇ, ਮਤਾ ਇਹ ਸਮਝੋ ਕਿ ਅੱਜ ਨਹੀਂ ਤੇ ਕੱਲ ਕਰ ਲਵਾਂਗੇ। ਇਹ ਕੰਮ ਕਰਦਿਆਂ ਦੇਰੀ ਨਾ ਕਰੋ, ਸਮੇਂ ਸਿਰ ਗੁਰੂ ਕੀ ਸੰਗਤ ਵਿੱਚ ਆ ਕੇ ਟਾਲ ਮਟੋਲ ਛੱਡ ਕੇ ਗੁਰੂ ਕੀ ਸੰਗਤ ਵਿੱਚ ਆ ਕੇ ਪੈ ਜਾਓ। ਹਰ ਕੇ ਸੰਤ ਜਪੋ ਹਰ ਜਪਣਾ, ਹਰ ਸੰਤ ਚਲੇ ਹਰ ਨਾਲੀ। ਇਹ ਹਰੀ ਸੰਤ ਜਨੋ, ਪਰਮਾਤਮਾ ਦਾ ਨਾਮ ਦਿਨ ਰਾਤ ਜਪਿਆ ਕਰੋ। ਇਸ ਜਾਪ ਦੇ ਨਿਬਰਕਤ ਨਾਲ ਹੀ ਹਰੀ ਸੰਤ ਹਰੀ ਦੀ ਰਜਾ ਵਿੱਚ ਤੁਰਨਾ ਬਹੁਤ ਹੀ ਸੌਖਾ ਹੋ ਜਾਂਦਾ ਹੈ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੀਲ ਕਦਾਲੀ ਤੋਂ ਭਾਵ ਹੈ ਚੋਜ ਕਰਨ ਵਾਲਾ। ਇਹ ਭਾਈ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਜਪਦੇ ਹਨ, ਉਹ ਪਰਮਾਤਮਾ ਦਾ ਰੂਪ ਹੀ ਹੋ ਜਾਂਦੇ ਹਨ। ਐਸਾ ਰੂਪ ਹੋ ਜਾਂਦੇ ਹਨ, ਅਬ ਤੋਂ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਉਹ ਨਾ ਸਦਾ ਪਹਿਚਾਨਿਆ। ਇਤਨਾ ਜਪ ਕੀਤਾ ਹੈ, ਕੋਈ ਭੇਦ ਨਹੀਂ ਰਹਿ ਗਿਆ, ਸਾਰਾ ਭੇਦ ਖਤਮ ਹੋ ਗਿਆ। ਸਤਿਗੁਰ ਤੇ ਇਤਨੀ ਰਹਿਮਤ ਕਰਨ ਵਾਲੇ ਹਨ, ਪਰ ਸਾਡੇ ਅੰਦਰ ਅਜੇ ਦੇਰੀ ਹੈ ਮਿਲਣ ਦੀ। ਜਿਤਨਾ ਚਿਰ ਅਸੀਂ ਮਨ ਬਣਾ ਕੇ ਗੁਰੂ ਕੀ ਸੰਗਤ ਵਿੱਚ ਨਹੀਂ ਹੁੰਦੇ, ਉਤਨਾ ਚਿਰ ਤੁਰਿਆ ਨਹੀਂ ਜਾਣਾ। ਪ੍ਰਭੂ ਨੂੰ ਮਿਲਣਾ ਹੈ ਤੇ ਭਾਈ ਉਹ ਜੋ ਤਮਾਸੇ ਕਰਨ ਵਾਲੇ ਜੋਜੀ ਪ੍ਰਭੂ ਨੂੰ ਆ ਕੇ ਮਿਲੋ। ਐਸਾ ਮਿਲਣ ਦੇ ਨਾਲ ਅੰਦਰ ਤਬਦੀਲੀ ਪੈਦਾ ਹੋ ਜਾਏਗੀ।
ਹਰ ਹਰ ਜਪਨ ਜਪ ਲੋਚਨ ਚਾਨੀ ਹਰ ਕਿਰਪਾ ਕਰ ਬਨਵਾਲੇ। ਬਨਵਾਲੇ ਤੋਂ ਭਾਵ ਹੈ ਪ੍ਰਮਾਤਮਾ, ਇਹ ਚੋਜ ਕਰਨ ਵਾਲੇ ਦਾਤਾ, ਮੈਨੂੰ ਤੇਰਾ ਨਾਮ ਜਪਨ ਦੀ ਜੋ ਤਾਂਘ ਲੱਗੀ ਹੋਈ ਹੈ, ਇਹ ਤੇਰੀ ਕਿਰਪਾ ਨਾਲ ਹੈ। ਤੂੰ ਹੀ ਕਿਰਪਾ ਕੀਤੀ ਹੈ ਕਿ ਅੰਦਰ ਤਾਂਘ ਪੈਦਾ ਹੋਈ ਹੈ। ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਬਿਨਾ ਪਗਰਾਲੀ। ਨਾਨਕ ਦਾਸ ਆਖਦੇ ਹਨ, ਕੀਰਤੇ ਸਮਝਾਉਂਦੇ ਹਨ, ਇਹ ਨਾਨਕ ਦਾਸ ਪ੍ਰਭੂ ਮੈਨੂੰ ਸਾਧ ਸੰਗਤ ਵਿੱਚ ਦਿਨ ਰਾਤ ਮਿਲਾਏ ਰੱਖੇ। ਮੈਂ ਇਹੀ ਅਰਦਾਸ ਬੇਨਤੀ ਕਰਦਾ ਹਾਂ, ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ, ਤੇ ਜਦੋਂ ਚਰਨਾਂ ਦੀ ਧੂੜ ਮਿਲਦੀ ਹੈ ਤੇ ਜੀਵਨ ਅੰਦਰ ਤਬਦੀਲੀ ਆ ਜਾਂਦੀ ਹੈ। ਧੂੜ ਕੀ ਹੈ? ਪ੍ਰਮਾਤਮਾ ਦਾ ਨਾਮ ਹੈ। ਇਹ ਨਾਮ ਦੇ ਨਾਲ ਹੀ ਸਾਡੇ ਅੰਦਰ ਤਬਦੀਲੀ ਹੈ। ਜਦੋਂ ਅਸੀਂ ਦਿਨ ਰਾਤ ਯਤਨ ਕਰਾਂਗੇ, ਯਤਨ ਕਰਦਿਆਂ ਹੀ ਭਾਈ ਇਹ ਜੀਵਨ ਸਫਲ ਹੋ ਜਾਂਦਾ ਹੈ। ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰੀਏ, ਸਤਿਗੁਰੂ ਜੀ ਆਪ ਜੀ ਨੇ ਹੀ ਕਿਰਪਾ ਕਰਨੀ ਹੈ, ਆਪ ਨੇ ਹੀ ਮਿਹਰ ਕਰਨੀ ਹੈ। ਅਸੀਂ ਤੇ ਸੰਸਾਰ ਦੇ ਵਿਹਾਰਾਂ ਦੇ ਅੰਦਰ ਸੁਜਾਤੇ ਹਾਂ, ਪਰ ਤੇਰੇ ਮਾਰਗ ਅੰਦਰ ਸੇ ਅੰਨੇ ਹਾਂ। ਅੰਨਿਆਂ ਤੇ ਕਿਰਪਾ ਕਰ, ਤੂੰ ਹੀ ਕਿਰਪਾ ਕਰਨ ਵਾਲਾ ਹੈ। ਜਦੋਂ ਅਰਦਾਸ ਬੇਨਤੀ ਕਰਦੇ ਹਾਂ, ਜਿਸੇ ਤੇ ਸੰਸਾਰ ਪਦਾਰਥ ਮੰਗਦੇ ਹੋ ਤੇ ਨਾਮ ਦੀ ਦਾਤ ਵੀ ਮੰਗੋ, ਆ ਸੰਤਾਂ ਦੇ ਚਰਨਾਂ ਦੀ ਧੂੜ ਮੰਗੋ, ਗੁਰੂ ਕੀ ਸਾਧ ਸੰਗਤ ਮੰਗੋ। ਜਿੱਥੇ ਸੰਸਾਰ ਪਦਾਰਥ ਨੇ ਤੇ ਨਾਮ ਦੀ ਦਾਤ ਮੰਗੋਗੇ ਤੇ ਸੰਸਾਰ ਪਦਾਰਥ ਸੁਖਦਾਈ ਹੈ, ਨਹੀਂ ਤੇ ਇਹ ਬਹੁਤ ਜ਼ਿਆਦਾ ਦੁਖਦਾਈ ਹੈ। ਸਤਿਗੁਰੂ ਕਿਰਪਾ ਕਰਨ, ਇਹ ਸਾਡਾ ਸੰਸਾਰ ਤੇ ਆਇਆ ਸਫਲ ਹੋ ਜਾਏ। ਬਾਣੀ ਪੜ੍ਹਦੇ ਹਾਂ, ਜੀਵਨ ਸਫਲ ਕਰੀਏ। ਗੁਰੂ ਕੀ ਸੰਗਤ ਦੋਨੋਂ ਟਾਈਮ ਆ ਕੇ ਕਰਿਆ ਕਰੋ, ਬਾਣੀ ਸੁਣਿਆ ਕਰੋ, ਤਾਂ ਕਿ ਜੀਵਨ ਅੰਦਰ ਤਬਦੀਲੀ ਆ ਜਾਏ। ਸਤਿਗੁਰੂ ਜੀ ਕਿਰਪਾ ਕਰਨ, ਗਾਵਿਆ ਸੁਣਿਆ ਸਾਡਾ ਥਾਈ ਪੈ ਜਾਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਸਾਰੇ ਹੀ ਮਿਲ ਜੁਲ ਕੇ ਆਨੰਦ ਸਾਹਿਬ ਦਾ ਜਾਪ ਸਾਰੇ ਨਾਲ ਪੜਿਆ ਕਰੋ। ਕੋਈ ਰਸਨਾ ਵਾਂਝੀ ਨਾ ਰਹੇ। ਜਿੰਨਾ ਤੁਸੀਂ ਨਾਲ ਪੜੋਗੇ ਰਸਨਾ ਪਵਿੱਤਰ ਹੋਏਗੀ, ਕਿਉਂਕਿ ਇਸ ਤੋਂ ਬਾਅਦ ਅਸੀਂ ਨਿਕਲਣਾ ਗੁਰਦੁਆਰੇ ਤੋਂ, ਤੇ ਫਿਰ ਇਸ ਰਸਨਾ ਨੇ ਨਾਮ ਨਹੀਂ ਰੱਖਣਾ। ਇਹਨੇ ਸੰਸਾਰਕ ਗੱਲਾਂ ਕਰਨੀਆਂ। ਜਿਤਨਾ ਚਿਰ ਬੈਠੇ ਹੋ ਬਾਣੀ ਪੜੋ, ਸਿਮਰਨ ਕਰੋ। ਆਓ ਸਾਰੇ ਮਿਲ ਜੁਲ ਕੇ ਆਨੰਦ ਸਾਹਿਬ ਦਾ ਜਾਪ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਲ ਇੰਡੀਆ ਸਿੱਖ ਫੈਡਰੇਸ਼ਨ ਗੁਰਮਤ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਬੈਲ ਆਈਕਨ ਜ਼ਰੂਰ ਦਬਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।